क्योंकि मन बच्चा उन्हां चोरां दे नाल रलिया होया है ਅਤੇ ਜਿਹੜਾ ਚੋਰ ਹੁੰਦਾ ਨਾ ਗੁਰਮੁਖ ਪਿਆਰਿਓ, ਚੋਰ ਉਸ ਦੀ ਕੋਈ ਹਾਮਾ ਨਹੀਂ ਭਰਦਾ। ਚੋਰ ਦੀ ਕੋਈ ਹਾਮੀ ਨਹੀਂ ਭਰਦਾ। ਪਾਤਸ਼ਾਹ ਗੁਰਬਾਣੀ 'ਚ ਦੱਸਦੇ ਐ, ਚੋਰ ਕੀ ਹਾਮਾ ਭਰੈ ਨਾ ਕੋਏ। ਕਹਿੰਦੇ ਉਸ ਦੀ ਕੋਈ ਹਾਮੀ ਨਹੀਂ ਭਰਦਾ ਚੋਰ ਦੀ, ਜਿਹੜਾ ਚੋਰ ਹੈ। ਹੁਣ ਮਨ ਨੇ ਕੀ ਕੀਤਾ? ਮਨ ਚੋਰਾਂ ਦਾ ਸੰਗੀ ਹੋ ਗਿਆ। ਹੁਣ ਗੁਰਮੁਖਿਓ ਮਨ ਦੀ ਵੀ ਕੋਈ ਹਾਮੀ ਨਹੀਂ ਭਰਨ ਨੂੰ ਤਿਆਰ। ਇਸ ਕਰਕੇ ਇਸ ਮਨ ਬੱਚੇ ਨੂੰ ਸਮਝਾਉਣਾ ਪੈਣਾ। ਜਿੰਨੀ ਦੇਰ ਆਪਾਂ ਮਨ ਬੱਚੇ ਨੂੰ ਸਮਝਾਉਂਦੇ ਨਹੀਂ ਨਾ, ਉਨੀ ਦੇਰ ਗੁਰਮੁਖ ਪਿਆਰਿਓ ਇਹਨਾਂ ਦਾ ਇਹ ਸਾਥ ਨਹੀਂ ਛੱਡਦਾ। ਜਿੰਨੀ ਦੇਰ ਮਨ ਬੱਚਾ ਚੋਰਾਂ ਦਾ ਸਾਥ ਨਹੀਂ ਛੱਡਦਾ, ਓਨੀ ਦੇਰ ਆਪਾਂ ਇਹ ਖੇਲ ਨੂੰ ਜਿੱਤ ਕੇ ਨਹੀਂ ਜਾ ਸਕਦੇ। ਕਿਹੜਾ ਖੇਲ? ਇਹ ਖੇਲ ਦਿਨ ਤੇ ਰਾਤ ਦਾ ਜੋ ਖੇਲ ਹੈ। ਸਾਰਾ ਜਗਤ ਇਸ ਖੇਲ ਨੂੰ ਖੇਲਣ ਦੇ ਲਈ ਆਇਆ ਹੋਇਆ ਹੈ। ਆਪਾਂ ਨੇ ਇਹ ਖੇਲ ਜਿੱਤ ਕੇ ਜਾਣਾ। ਜੇ ਆਪਾਂ ਇਸ ਖੇਲ ਨੂੰ ਜਿੱਤ ਕੇ ਚਲੇ ਜਾਂਦੇ ਹਾਂ ਤਾਂ ਗੁਰਮੁਖ ਪਿਆਰਿਓ, ਜੰਮਣ ਤੇ ਮਰਨ ਦੀ ਜੋ ਵਾਰੀ ਹੈ ਉਹ ਖਤਮ ਹੋ ਜਾਏਗੀ। ਮੁੜ ਕੇ ਆਪਾਂ ਜੰਮਣ ਮਰਨ ਦੀ ਵਾਰੀ ਦੇ ਵਿੱਚ ਨਹੀਂ ਆਵਾਂਗੇ, ਜੇਕਰ ਅਸੀਂ ਜਿੱਤ ਜਾਂਦੇ ਹਾਂ। ਇਸ ਕਰਕੇ ਮਨ ਬੱਚੇ ਨੂੰ ਚੋਰਾਂ ਦਾ ਸੰਗ ਛੱਡਣਾ ਪੈਣਾ, ਕਿਉਂਕਿ ਚੋਰ ਦੀ ਕੋਈ ਹਾਮਾ ਨਹੀਂ ਭਰਦਾ। ਪਾਤਸ਼ਾਹ ਵੀ ਦੱਸਦੇ ਐ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਹਿੰਦੇ ਜਿਹਨੇ ਚੋਰੀ ਕੀਤੀ ਹੈ ਉਹ ਚੰਗਾ ਕਿੱਦਾਂ ਹੋ ਸਕਦਾ? ਚੰਗਾ ਨਹੀਂ ਹੈ ਉਹ। ਇਸ ਕਰਕੇ ਚੋਰ ਦੀ ਕੋਈ ਹਾਮਾ ਨਹੀਂ ਭਰ ਸਕਦਾ। ਇਸੇ ਕਰਕੇ ਪਾਤਸ਼ਾਹ ਇਸ ਮਨ ਨੂੰ, ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ, ਗੁਰਮੁਖੋ ਪਾਤਸ਼ਾਹ ਸਮੇਂ ਸਮੇਂ ਅਨੁਸਾਰ ਸਾਡੇ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਇਸ ਮਨ ਬੱਚੇ ਨੂੰ ਮਨ ਬੱਚਾ ਵੀ ਆਖਿਆ, ਇਸ ਨੂੰ ਪਿਆਰਾ ਵੀ ਆਖਿਆ, ਇਸ ਨੂੰ ਵੀਰ ਭਾਈ ਵੀ ਆਖਿਆ, ਇਸ ਨੂੰ ਵੀਰ ਭਾਈ ਵੀ ਆਖਿਆ, ਮਿੱਤਰ ਵੀ ਆਖਿਆ, ਦੋਸਤ ਵੀ ਆਖਿਆ। ਪਰ ਜਦੋਂ ਇਹ ਮਨ ਬੱਚਾ ਨਹੀਂ ਸਮਝਿਆ ਨਾ, ਫਿਰ ਕਈ ਥਾਂ 'ਤੇ ਭਗਤ ਗੁਰੂ ਸਾਹਿਬਾਨਾਂ ਨੂੰ ਇਹ ਮਨ ਨੂੰ ਅੰਨਾ, ਕੁੱਤਾ, ਚੂੜਾ, ਠੱਗ, ਮਰਦਾਰ, ਪਤਾ ਨਹੀਂ ਗੁਰਮੁਖ ਪਿਆਰਿਓ ਕੀ ਕੁਝ ਕਹਿਣਾ ਪੈ ਗਿਆ। ਇਹ ਕੌਣ ਹੈ ਜਿਹਨੂੰ ਮਨ ਨੂੰ, ਜਿਹਨੂੰ ਕੁੱਤਾ, ਚੂੜਾ, ਠੱਗ, ਮਰਦਾਰ ਆਖੇ ਹੈ? ਇਹ ਕੌਣ ਹੈ? ਇਹ ਮਨ ਹੈ। ਮਨ ਕੌਣ ਹੈ? ਮਨ ਆਪਾਂ ਗੁਰਮੁਖ ਪਿਆਰਿਓ। ਇਹ ਬਚਨ ਆਪਣੇ ਲਈ ਬੋਲੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਆਪਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਸਾਨੂੰ ਪਿਤਾ ਨੇ ਇੱਦਾਂ ਦੇ ਲਫ਼ਜ਼ ਵਰਤੇ ਆ। ਪਾਤਸ਼ਾਹ ਦੱਸਦੇ ਆ ਨਾ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਕਿਹਨੂੰ ਆਖੇ? ਮਨ ਨੂੰ। ਮਨ ਕੌਣ ਹੈ? ਆਪਾਂ। ਸੁਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੂਝੀਐ ਸਚਿਆਰ। ਕਹਿੰਦੇ ਬਿਨ ਬੋਲਿਆਂ ਪਤਾ ਨਹੀਂ ਲੱਗਦਾ ਵੀ ਤੂੰ ਚੰਗਾ ਹੈ ਜਾਂ ਮਾੜਾ ਹੈ। ਬੋਲੇ ਤੋਂ ਤੇਰਾ ਪਤਾ ਲੱਗੂਗਾ ਵੀ ਕਿਸ ਸੁਭਾਅ ਦਾ ਮਾਲਕ ਹੈ ਤੂੰ ਠੱਗ ਹੈ ਜਾਂ ਚੋਰ ਹੈ, ਤੂੰ ਸਾਧੂ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਇਸ ਚੋਰ ਦਾ ਖਹਿੜਾ ਛਡਾਉਣਾ। ਕਿਹਦੇ ਨਾਲੋਂ? ਉਹਨਾਂ ਪੰਜਾਂ ਚੋਰਾਂ ਦੇ ਨਾਲੋਂ, ਤਾਂ ਕਿ ਇਸ ਨੂੰ ਪਤਾ ਲੱਗ ਜੇ ਕਿ ਮੈਂ ਜੇ ਮਾੜਾ ਕਰੂੰਗਾ ਤਾਂ ਮਾੜਾ ਭੁਗਤੂੰਗਾ, ਚੰਗਾ ਕਰੂੰਗਾ ਮੈਂ ਚੰਗਾ ਭੁਗਤੂੰਗਾ। ਚੰਗਾ ਤਾਂ ਕਰੇਗਾ ਜੇ ਇਸ ਦਾ ਚੰਗਿਆਂ ਦੇ ਨਾਲ ਸੰਗ ਹੋਏਗਾ, ਜੇ ਮਾੜਿਆਂ ਦੇ ਨਾਲ ਸੰਗ ਹੋਏਗਾ ਤਾਂ ਮਾੜਾ ਕਰੇਗਾ।
ਪਾਤਸ਼ਾਹ ਨੇ ਤੇ ਅਟਲ ਕਹਿ ਦਿੱਤਾ ਗੁਰਬਾਣੀ ਦੇ ਵਿੱਚ। ਪਾਤਸ਼ਾਹ ਕਹਿੰਦੇ ਹੈ ਜੈਸਾ ਕਰੇ ਸੋ ਤੈਸਾ ਪਾਵੈ। ਕਹਿੰਦੇ ਜਿੱਦਾਂ ਦਾ ਤੂੰ ਕਰੇਂਗਾ ਉੱਦਾਂ ਦਾ ਪਾਲੇਂਗਾ। ਜਿੱਦਾਂ ਦਾ ਤੂੰ ਕਰੇਂਗਾ ਕਹਿੰਦੇ ਉੱਦਾਂ ਦਾ ਤੈਨੂੰ ਮਿਲ ਜਾਣਾ। ਜੈਸਾ ਕਰੇ ਸੋ ਤੈਸਾ ਪਾਵੈ, ਆਪੇ ਬੀਜ ਆਪੇ ਹੀ ਖਾਵੈ। ਆ ਵੀ ਪਾਤਸ਼ਾਹ ਨੇ ਕਲੀਅਰ ਕਰ ਦਿੱਤਾ। ਜਿਹੜਾ ਬੀਜਦੇ ਆ ਨਾ ਸਾਨੂੰ ਇਹੀ ਵੱਢਣਾ ਪੈਣਾ। ਇੱਥੇ ਫਿਰ ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਬੜਾ ਚਤਰ ਬੜਾ ਸਿਆਣਾ ਨਾ ਕਹਿੰਦੇ ਤੂੰ। ਬੀਜਦਾ ਕੀ ਹੈ? ਕਿੱਕਰਾਂ। ਭਾਲਦਾ ਕੀ ਹੈ? ਦਾਖਾਂ। ਇਹ ਨਹੀਂ ਕਹਿੰਦੇ ਹੋਣਾ, ਇਹ ਨਾਮੁਮਕਿਨ ਹੈ। ਪਾਤਸ਼ਾਹ ਕਹਿੰਦੇ, ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਫ਼ ਕਹਿ ਦਿੱਤਾ ਗੁਰਮੁਖੋ, ਕਹਿੰਦੇ ਇਹ ਨਹੀਂ ਹੋ ਸਕਦਾ ਕਿ ਬੀਜੇ ਕਿੱਕਰਾਂ ਤੇ ਭਾਲੇ ਚੰਗੇ ਚੰਗੇ ਮੇਵੇ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਲੋੜ ਹੈ ਦਾਖ ਬਜੌਰੀਆਂ ਕੀਕਰ ਬੀਜੈ ਜੱਟ। ਕਹਿੰਦੇ ਬੀਜਦਾ ਕੀ ਹੈ? ਕਿੱਕਰਾਂ। ਲੋੜਦਾ ਕੀ ਹੈ? ਦਾਖਾਂ। ਪਾਤਸ਼ਾਹ ਕਹਿੰਦੇ ਨਹੀਂ, ਆਪੇ ਬੀਜ ਆਪੇ ਹੀ ਖਾਵੈ। ਕਹਿੰਦੇ ਜੋ ਤੂੰ ਬੀਜੇ ਹੈ ਨਾ ਤੈਨੂੰ ਉਹ ਹੀ ਮਿਲਣਾ, ਉਹੀ ਕਹਿੰਦੇ ਤੈਨੂੰ ਮਿਲਣਾ। ਪਾਤਸ਼ਾਹ ਕਹਿੰਦੇ ਹੈ ਜੇ ਵਡਿਆਈਆਂ ਆਪੇ ਖਾਏ, ਜੇ ਹੀ ਸੁਰਤ ਤੇ ਹੈ ਰਹਿ ਜਾਏ। ਆ ਵੀ ਬੜਾ ਡੂੰਘਾ ਲਫ਼ਜ਼ ਆਖਿਆ ਮੇਰੇ ਪਾਤਸ਼ਾਹ ਨੇ। ਜੇ ਹੀ ਸੁਰਤ ਤੇ ਹੈ ਰਾਹੇ ਜਾਏ। ਕਹਿੰਦੇ ਜਿੱਦਾਂ ਦੀ ਸਾਡੀ ਸੁਰਤ ਭਾਵ ਸਾਡੀ ਸੋਚ ਹੋਏਗੀ ਨਾ ਗੁਰਮੁਖੋ, ਅਸੀਂ ਉੱਦਾਂ ਦੇ ਰਸਤੇ 'ਤੇ ਚੱਲਾਂਗੇ। ਉੱਦਾਂ ਦੇ ਰਸਤੇ 'ਤੇ ਚੱਲਾਂਗੇ ਆਪਾਂ। ਜੇ ਸਾਡੀ ਚੰਗੀ ਸੋਚ ਹੈ ਤਾਂ ਆਪਾਂ ਚੰਗੇ ਰਸਤੇ 'ਤੇ ਚੱਲਾਂਗੇ, ਜੇ ਸਾਡੀ ਮਾੜੀ ਸੋਚ ਹੈ ਤਾਂ ਆਪਾਂ ਮਾੜੇ ਰਸਤੇ 'ਤੇ ਚੱਲਾਂਗੇ। ਹੁਣ ਰਸਤੇ ਕਿਹੜੇ ਹੈ? ਰਸਤੇ ਕਿੰਨੇ ਹੈ? ਰਸਤੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਪੁੱਤ ਰਸਤੇ ਬਸ ਦੋ ਹੀ ਹੈ, ਤੀਜਾ ਕੋਈ ਰਸਤਾ ਨਹੀਂ। ਕਿਹੜੇ ਕਿਹੜੇ? ਇੱਕ ਲਿਵ ਦਾ, ਦੂਜਾ ਧਾਤ ਦਾ। ਹੁਣ ਆਪਾਂ ਨੇ ਲਿਵ ਦੇ ਰਸਤੇ ਦੇ ਪਾਂਧੀ ਬਣਨਾ ਜਾਂ ਆਪਾਂ ਨੇ ਧਾਤ ਦੇ ਰਸਤੇ ਦੇ ਪਾਂਧੀ ਬਣਨਾ, ਇਹ ਆਪਣੇ 'ਤੇ ਡਿਪੈਂਡ ਹੈ। ਇਸੇ ਕਰਕੇ ਪਾਤਸ਼ਾਹ ਨੇ ਕਹਿ ਦਿੱਤਾ ਆਪੇ ਬੀਜ ਆਪੇ ਹੀ ਖਾਹੇ। ਹੁਣ ਜਿਹੜੇ ਰਸਤੇ 'ਤੇ ਅਸੀਂ ਚੱਲਣਾ ਚਾਹੁੰਦੇ ਹਾਂ, ਪਰ ਇਹ ਵੀ ਹੈ ਕਿ ਜਿੰਨੇ ਗੁਰਮੁਖ ਜੁੜੇ ਹੋਏ ਹੈ ਇਸ ਵੇਲੇ, ਸਾਰਿਆਂ ਦੇ ਮਨ ਦੀ ਕਲਪਨਾ ਹੈ ਗੁਰਮੁਖੋ। ਸਾਰਿਆਂ ਦੇ ਮਨ ਦੀ ਕਲਪਨਾ ਸੋਚ ਹੈ ਕਿ ਅਸੀਂ ਲਿਵ ਦੇ ਮਾਰਗ 'ਤੇ ਚੱਲਾਂਗੇ, ਅਸੀਂ ਲਿਵ ਦੇ ਮਾਰਗ ਦੇ ਪਾਂਧੀ ਬਣਾਂਗੇ, ਅਸੀਂ ਲਿਵ ਦੇ ਮਾਰਗ ਨੂੰ ਹੀ ਚੁਣਾਂਗੇ। ਅਤੇ ਚੱਲਦੇ ਵੀ ਹੈ, ਕੋਸ਼ਿਸ਼ ਵੀ ਕਰਦੇ ਹੈ, ਚੱਲਦੇ ਵੀ ਹੈ। ਫਿਰ ਹੁੰਦਾ ਕੀ ਹੈ? ਹੁੰਦਾ ਇਹ ਹੈ ਗੁਰਮੁਖ ਪਿਆਰਿਓ, ਅਗਿਆਨਤਾ ਦੇ ਵਸ ਇਸ ਮਨ ਬੱਚੇ ਨੂੰ ਪਤਾ ਨਹੀਂ ਲੱਗਦਾ ਕਿਸ ਵੇਲੇ ਇਹ ਚੋਰ ਭੁਲੇਖਾ ਦੇ ਕੇ ਸਾਡੇ ਕੋਲੋਂ ਰਸਤਾ ਲਿਵ ਦਾ ਛਡਵਾ ਲੈਂਦੇ ਹੈ ਅਤੇ ਸਾਨੂੰ ਧਾਤ ਦੇ ਰਸਤੇ 'ਤੇ ਤੋਰ ਲੈਂਦੇ ਆ। ਅਸੀਂ ਤਾਂ ਆਪਣੀ ਸੋਚ ਦੇ ਵਿੱਚ, ਆਪਣੀ ਵਿਚਾਰ ਦੇ ਵਿੱਚ ਲਿਵ ਦੇ ਮਾਰਗ 'ਤੇ ਚੱਲੇ ਸੀ, ਪਰ ਲਿਵ ਦੇ ਮਾਰਗ 'ਤੇ ਚੱਲਿਆਂ ਨੂੰ ਅਜੇ 5-7 ਮਿੰਟ ਹੀ ਹੋਏ। ਇਹਨਾਂ ਚੋਰਾਂ ਨੇ ਭੁਲੇਖੇ ਦੇ ਨਾਲ ਸਾਡਾ ਉਹ ਰਸਤਾ ਕੱਟ ਕਰ ਦਿੱਤਾ, ਸਾਡਾ ਉਹ ਰਸਤਾ ਛਡਾ ਲਿਆ। ਹੁਣ ਗੁਰਮੁਖ ਪਿਆਰਿਓ ਰਸਤਾ ਤੇ ਸਾਡਾ ਛਡਾ ਲਿਆ, ਹੁਣ ਫਿਰ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਅਸੀਂ ਇਸ ਵੇਲੇ ਇਸ ਘੜੀ ਕਿਹੜੇ ਮਾਰਗ 'ਤੇ ਜਾ ਰਹੇ ਹਾਂ? ਹੁਣ ਜੇ ਆਪਾਂ ਨੂੰ ਪਤਾ ਹੋਏਗਾ ਆਪਾਂ ਤਾਂ ਹੀ ਉਸ ਮਾਰਗ ਨੂੰ ਚੇਂਜ ਕਰ ਸਕਦੇ ਹਾਂ ਨਾ।
ਤਾਂ ਹੀ ਉਸ ਮਾਰਗ ਨੂੰ ਛੱਡ ਸਕਦੇ ਹਾਂ। ਜੇ ਆਪਾਂ ਨੂੰ ਪਤਾ ਹੋਏਗਾ ਕਿ ਗਲਤੀ ਨਾਲ ਮੈਂ ਤੇ ਧਾਤ ਦੇ ਮਾਰਗ 'ਤੇ ਚਲਾ ਗਿਆ, ਆਹ ਨਿਸ਼ਾਨੀਆਂ ਨੇ ਧਾਤ ਦੇ ਮਾਰਗ ਦੀਆਂ, ਆਹ ਨਿਸ਼ਾਨੀਆਂ ਨੇ ਲਿਵ ਦੇ ਮਾਰਗ ਦੀਆਂ। ਹੁਣ ਗੁਰਮੁਖ ਪਿਆਰਿਓ, ਜੇ ਸਾਨੂੰ ਲਿਵ ਦੇ ਮਾਰਗ ਦੀਆਂ ਤੇ ਧਾਤ ਦੇ ਮਾਰਗ ਦੀਆਂ ਨਿਸ਼ਾਨੀਆਂ ਦਾ ਪਤਾ ਹੋਏਗਾ ਤਾਂ ਹੀ ਅਸੀਂ ਰਸਤੇ ਨੂੰ ਚੇਂਜ ਕਰਕੇ ਦੁਬਾਰਾ ਲਿਵ ਦੇ ਮਾਰਗ 'ਤੇ ਚੱਲ ਸਕਦੇ ਹਾਂ। ਜੇ ਸਾਨੂੰ ਪਤਾ ਨਹੀਂ, ਉੱਦਾਂ ਬੜੇ ਅਸੀਂ ਹੁਸ਼ਿਆਰ ਹਾਂ, ਬੜੇ ਚੁਕੰਨੇ ਹਾਂ, ਬੜੇ ਤੇਜ਼ ਹਾਂ ਅਤੇ ਪੜ੍ਹੇ ਲਿਖੇ ਵੀ ਹਾਂ, ਪਰ ਗੁਰਮੁਖੋ ਇਹ ਅਧਿਆਤਮਕ ਦਾ ਮਾਰਗ ਹੈ। ਇੱਥੇ ਬਾਹਰਲੀ ਪੜ੍ਹਾਈ ਕੰਮ ਨਹੀਂ ਕਰਦੀ। ਇੱਥੇ ਕਿਹੜੀ ਪੜ੍ਹਾਈ ਨੇ ਕੰਮ ਕਰਨਾ? ਅਧਿਆਤਮਕ ਦੀ ਪੜ੍ਹਾਈ ਨੇ ਕੰਮ ਕਰਨਾ। ਇੱਥੇ ਸਤਸੰਗ ਕੀਤੀ ਹੋਈ ਸਤਸੰਗਤ ਨੇ ਕੰਮ ਕਰਨਾ। ਇੱਥੇ ਜਪੇ ਹੋਏ ਨਾਮ ਨੇ ਕੰਮ ਕਰਨਾ। ਇਸ ਕਰਕੇ ਸਾਨੂੰ ਸੰਤਰਕ ਹੋਣਾ ਪਏਗਾ। ਸਾਨੂੰ ਲਿਵ ਤੇ ਧਾਤ ਦੇ ਮਾਰਗ ਦੀ ਪਹਿਚਾਣ ਕਰਨੀ ਪਏਗੀ। ਹੁਣ ਅਸੀਂ ਕਦੋਂ ਚੱਲਦੇ ਹਾਂ ਲਿਵ ਦੇ ਮਾਰਗ 'ਤੇ ਕਦੋਂ ਚੱਲਦੇ ਹਾਂ ਧਾਤ ਦੇ ਮਾਰਗ 'ਤੇ? ਇਹ ਬਿਲਕੁਲ ਸੌਖਾ ਹੈ ਗੁਰਮੁਖੋ, ਇਹ ਬਿਲਕੁਲ ਸੌਖਾ ਹੈ ਜੇ ਅਸੀਂ ਆਪਣਾ ਫੈਸਲਾ ਆਪ ਸਹੀ ਕਰਦੇ ਹਾਂ। ਪਰ ਇਹ ਨਾ ਹੋਵੇ ਕਿਤੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਲਈਏ। ਜੇ ਅਸੀਂ ਆਪਣੇ ਆਪ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੱਤਾ ਨਾ, ਇੱਥੇ ਤੇ ਆਪਾਂ ਮੰਨ ਲਓ ਸੰਗਤ ਦੇ ਵਿੱਚ ਬੈਠੇ ਹਾਂ, ਸੰਗਤ ਦੇ ਵਿੱਚ ਆਪਣੀ ਵਿਚਾਰ ਚੱਲ ਪਈ ਕਿ ਆਪਾਂ ਦੇਖੋ ਕਿਹੜੇ ਮਾਰਗ 'ਤੇ ਚੱਲਿਆ ਹੋਇਆ। ਗੁਰਮੁਖੋ ਸੰਗਤ ਨੂੰ ਆਪਾਂ ਧੋਖਾ ਦੇ ਸਕਦੇ ਹਾਂ, ਸੰਗਤ ਨੂੰ ਆਪਾਂ ਧੋਖਾ ਦੇ ਸਕਦੇ ਹਾਂ, ਪਰ ਯਾਦ ਰੱਖਿਓ ਸਾਡੇ ਨਾਲ ਚਿੱਤਰ ਤੇ ਗੁਪਤ ਦਾ ਪਹਿਰਾ ਵੀ ਲੱਗਿਆ। ਸਾਡੇ ਨਾਲ ਚਿੱਤਰ ਤੇ ਗੁਪਤ ਦਾ ਪਹਿਰਾ ਲੱਗਿਆ ਗੁਰਮੁਖੋ। ਜੇ ਉਹਨਾਂ ਦਾ ਪਹਿਰਾ ਲੱਗਿਆ ਨਾ ਸਾਡੇ ਨਾਲ, ਉਹਨਾਂ ਨੂੰ ਆਪਾਂ ਧੋਖਾ ਨਹੀਂ ਦੇ ਸਕਦੇ। ਉਹ ਤੇ ਸਾਡੇ ਅੰਦਰ ਦੀਆਂ ਜਾਣਦੇ ਆ, ਉਹਨਾਂ ਦੇ ਕੋਲੇ ਝੂਠ ਨਹੀਂ ਬੋਲ ਸਕਦੇ ਗੁਰਮੁਖੋ। ਉਹਨਾਂ ਦੇ ਕੋਲੇ ਤੇ ਸੱਚ ਹੀ ਚੱਲਦਾ। ਇਸ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ, ਸੰਗਤ ਨੂੰ ਧੋਖਾ ਨਹੀਂ ਦੇਣਾ। ਜੇ ਕਦੇ ਕਿਸੇ ਨੂੰ ਪੁੱਛਿਆ ਜਾਂਦਾ ਨਾ, ਉਸ ਦਾ ਸਹੀ ਜਵਾਬ ਦਿਆ ਕਰੋ ਤਾਂ ਕਿ ਪਤਾ ਲੱਗ ਜਾਵੇ ਆਪਾਂ ਕਿਹੜੇ ਮਾਰਗ ਦੇ ਭਾਂਦੀ ਹਾਂ, ਕਿਹੜੇ ਮਾਰਗ 'ਤੇ ਚੱਲੇ ਹੋਏ ਹਾਂ। ਹੁਣ ਧਿਆਨ ਦਈਏ ਕਿਹੜੀਆਂ ਨਿਸ਼ਾਨੀਆਂ ਨੇ ਲਿਵ ਦੇ ਮਾਰਗ ਦੀਆਂ, ਕਿਹੜੀਆਂ ਨਿਸ਼ਾਨੀਆਂ ਨੇ ਧਾਤ ਦੇ ਮਾਰਗ ਦੀਆਂ। ਪਹਿਲਾਂ ਆਪਾਂ ਧਾਤ ਦਾ ਮਾਰਗ ਹੀ ਦੇਖ ਲੈਂਦੇ ਹਾਂ ਕਿ ਧਾਤ ਦਾ ਮਾਰਗ ਦੀਆਂ ਨਿਸ਼ਾਨੀਆਂ ਕੀ ਹੈ। ਹੁਣ ਆਪਾਂ ਗੁਰਮੁਖ ਪਿਆਰਿਓ ਮੰਨ ਲਓ ਕਿਸੇ ਧਾਰਮਿਕ ਸਥਾਨ 'ਤੇ ਬੈਠੇ ਹਾਂ, ਧਾਰਮਿਕ ਸਥਾਨ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਸਾਡਾ ਮਨ ਉਸ ਧਾਰਮਿਕ ਸਥਾਨ 'ਤੇ ਹਾਜ਼ਰ ਨਹੀਂ। ਉਹ ਮਨ ਕਿਤੇ ਚਲਾ ਗਿਆ। ਉਹ ਮਨ ਗੁਰਮੁਖ ਪਿਆਰਿਓ ਆਪਣੇ ਕਾਰੋ ਵਿਹਾਰ ਦੇ ਵਿੱਚ ਨਿਕਲ ਗਿਆ ਅਤੇ ਕਾਰੋ ਵਿਹਾਰ ਦੇ ਵਿੱਚ ਦੇਖਿਆ ਮੈਨੂੰ ਫਲਾਣੀ ਥਾਂ 'ਤੇ ਫਲਾਣੇ ਦਿਨ ਘਾਟਾ ਪੈ ਗਿਆ। ਘਾਟਾ ਕਿਹਦੇ ਕਰਕੇ ਪਿਆ? ਫਲਾਣੇ ਬੰਦੇ ਕਰਕੇ ਪੈ ਗਿਆ। ਇੱਕ ਗੱਲ ਯਾਦ ਰੱਖਿਓ ਕਿ ਹੁਣ ਵੀ ਆਪਾਂ ਸੰਗਤ ਦੇ ਰੂਪ ਦੇ ਵਿੱਚ ਬੈਠੇ ਹਾਂ ਨਾ, ਹੁਣ ਵੀ ਆਪਾਂ ਸਾਰੇ ਹਾਜ਼ਰ ਨਹੀਂ ਗੁਰਮੁਖੋ, ਆਪਾਂ ਸਾਰੇ ਹਾਜ਼ਰ ਨਹੀਂ। ਹੁਣ ਵੀ ਕਾਫੀ ਗੁਰਮੁਖਾਂ ਦੇ ਮਨ ਗੈਰ ਹਾਜ਼ਰ ਨੇ। ਜਿਹੜੇ ਤਨ ਹੈ
ਤਨ ਤੇ ਜ਼ਰੂਰ ਫੋਨ ਦੇ ਕੋਲ ਬੈਠੇ ਆ, ਤਨ ਨੇ ਫੋਨ ਆਪਣੇ ਕੋਲ ਲਾ ਕੇ ਰੱਖਿਆ, ਤਨ ਨੇ ਹੋ ਸਕਦਾ ਨੇਤਰ ਵੀ ਬੰਦ ਕੀਤੇ ਹੋਣ, ਤਨ ਨੇ ਹੋ ਸਕਦਾ ਝੌਂਕੜਾ ਵੀ ਮਾਰਿਆ ਹੋਵੇ। ਪਰ ਗੁਰਮੁਖ ਪਿਆਰਿਓ, ਇਹ ਕੋਈ ਪੱਕਾ ਨਹੀਂ ਕਿ ਮਨ ਤਨ ਦੇ ਵਿੱਚ ਹਾਜ਼ਰ ਹੋਵੇ। ਮਨ ਸ਼ਾਇਦ ਪਤਾ ਨਹੀਂ ਕਿਸੇ ਬਿਜ਼ਨਸ ਦੇ ਵਿੱਚ ਉਡਾਰੀਆਂ ਮਾਰਦਾ, ਮਨ ਪਤਾ ਨਹੀਂ ਕਿਸੇ ਰੈਸਟੋਰੈਂਟ ਦੇ ਵਿੱਚ ਤੁਰਿਆ ਫਿਰਦਾ, ਮਨ ਪਤਾ ਨਹੀਂ ਕਿਸੇ ਨਾਲ ਵੈਰ ਤੇ ਵਿਰੋਧ ਕਰਦਾ ਫਿਰਦਾ। ਗੁਰਮੁਖੋ, ਜਦੋਂ ਸਾਡੇ ਮਨ ਦੇ ਵਿੱਚ ਇਸ ਪ੍ਰਕਾਰ ਦੇ ਫੁਰਨੇ ਚੱਲ ਰਹੇ ਹੈ ਤਾਂ ਆਪਣੇ ਆਪ ਨੂੰ ਸਮਝਣ ਲੱਗੇ ਦੇਰੀ ਨਾ ਲਾਇਆ ਕਰੀਏ ਕਿ ਮੈਂ ਇਸ ਵੇਲੇ ਧਾਤ ਦੇ ਮਾਰਗ ਤੇ ਚੱਲ ਰਿਹਾ, ਮੈਂ ਇਸ ਵੇਲੇ ਧਾਤ ਦੇ ਮਾਰਗ ਤੇ ਚੱਲ ਰਿਹਾ। ਜੇਕਰ ਮੈਂ ਐਦਾਂ ਹੀ ਧਾਤ ਦੇ ਮਾਰਗ ਤੇ ਚੱਲਦਾ ਰਿਹਾ ਤਾਂ ਇਹਨਾਂ ਜਮਦੂਤਾਂ ਨੇ ਮੇਰੇ ਸਵਾਸਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ। ਜਿੰਨੀ ਦੇਰ ਅਸੀਂ ਧਾਤ ਦਾ ਮਾਰਗ ਛੱਡ ਕੇ ਲਿਵ ਦੇ ਮਾਰਗ ਤੇ ਨਹੀਂ ਆਉਂਦੇ, ਓਨੀ ਦੇਰ ਗੁਰਮੁਖ ਪਿਆਰਿਓ ਇਹਨਾਂ ਨੇ ਸਵਾਸ ਲੁੱਟਣੋਂ ਨਹੀਂ ਹਟਣਾ। ਇਹਨਾਂ ਨੇ ਓਨੀ ਦੇਰ ਹੀ ਸਾਡੇ ਸਵਾਸ ਲੁੱਟਦੇ ਜਾਣਾ ਜਿੰਨੀ ਦੇਰ ਅਸੀਂ ਧਾਤ ਦੇ ਮਾਰਗ ਤੇ ਚੱਲਦੇ ਰਹੇ। ਪਤਾ ਲੱਗ ਗਿਆ ਨਾ, ਸਾਡੇ ਮਨ ਦੇ ਵਿੱਚ ਫੁਰਨਾ ਚੱਲਦਾ ਹੋਵੇ, ਵਿਚਾਰ ਚੱਲਦਾ ਹੋਵੇ ਵੈਰ ਦਾ, ਵਿਚਾਰ ਚੱਲ ਰਿਹਾ ਵਿਰੋਧ ਦਾ, ਵਿਚਾਰ ਚੱਲ ਰਿਹਾ ਈਰਖਾ ਦਾ, ਵਿਚਾਰ ਚੱਲ ਰਿਹਾ ਕਿਸੇ ਦੇ ਪ੍ਰਤੀ ਨਫ਼ਰਤ ਦਾ, ਵਿਚਾਰ ਚੱਲ ਰਿਹਾ ਕਿਸੇ ਦੀ ਨਿੰਦਿਆ ਦਾ, ਸਮਝ ਲਓ ਅਸੀਂ ਧਾਤ ਦੇ ਮਾਰਗ ਤੇ ਤੁਰ ਪਏ। ਇਹ ਹੈ ਧਾਤ ਦੇ ਮਾਰਗ ਦੀ ਨਿਸ਼ਾਨੀ। ਅਸੀਂ ਧਾਤ ਦੇ ਮਾਰਗ ਤੇ ਤੁਰ ਪਏ ਅਤੇ ਨਾਲ ਦੀ ਨਾਲ ਇਹ ਜਿਹੜੇ ਦੂਤ ਨੇ, ਜਿਹੜੇ ਜਮ ਨੇ, ਜਿਹੜੇ ਠੱਗ ਤੇ ਚੋਰ ਨੇ, ਇਹਨਾਂ ਨੇ ਸਾਡੇ ਸਵਾਸਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ। ਭਾਵ ਤਕਰੀਬਨ 1 ਘੰਟੇ ਦੇ ਵਿੱਚ 1000 ਸਵਾਸ ਆਪਾਂ ਲੈਂਦੇ ਹਾਂ। ਜੇਕਰ ਅਸੀਂ ਵਿਚਾਰਾਂ ਰੂਪੀ 1 ਘੰਟਾ ਹੀ ਬੈਠੇ ਵੈਰ ਵਿਰੋਧ ਨਿੰਦਿਆ ਚੁਗਲੀ ਈਰਖਾ ਵਿਚਾਰਾਂ ਦੇ ਵਿੱਚ ਵੜੇ ਰਹੇ ਤਾਂ ਗੁਰਮੁਖ ਪਿਆਰਿਓ ਸਮਝ ਲਓ ਸਾਨੂੰ ਘੰਟਾ ਹੋ ਗਿਆ ਧਾਤ ਦੇ ਮਾਰਗ ਤੇ ਚੱਲਿਆਂ ਨੂੰ। 1 ਘੰਟੇ 'ਚ ਤਕਰੀਬਨ 1000 ਸਵਾਸ ਲੈਂਦੇ ਹਾਂ। ਸਮਝ ਲਓ ਓਨਾ ਆਪਾਂ ਘਾਟਾ ਖਾ ਚੁੱਕੇ, ਆਪਾਂ ਨੂੰ ਘਾਟਾ ਪੈ ਗਿਆ। ਫਿਰ ਲਿਵ ਦੇ ਮਾਰਗ ਦੀ ਕੀ ਨਿਸ਼ਾਨੀ ਹੈ? ਜਿਹੜੀ ਲਿਵ ਦੇ ਮਾਰਗ ਦੀ ਨਿਸ਼ਾਨੀ ਹੈ ਗੁਰਮੁਖ ਪਿਆਰਿਓ, ਉਦੋਂ ਸਾਡਾ ਮਨ ਬੱਚਾ ਕਿਸੇ ਨਾਲ ਵੈਰ ਵਿਰੋਧ ਨਿੰਦਿਆ ਚੁਗਲੀ ਈਰਖਾ ਨਹੀਂ ਕਰੇਗਾ। ਉਦੋਂ ਇਸ ਮਨ ਬੱਚੇ ਦੇ ਅੰਦਰ ਤੜਫ ਹੋਵੇਗੀ ਮਾਲਕ ਨੂੰ ਮਿਲਣ ਦੀ। ਇਸ ਮਨ ਬੱਚੇ ਦੇ ਅੰਦਰ ਤੜਫ ਹੋਵੇਗੀ ਮਾਲਕ ਨੂੰ ਮਿਲਣ ਦੀ। ਤਾਂ ਇਹ ਮਨ ਬੱਚਾ ਮੁਖ ਤੋਂ ਸਵਾਸ ਤੇ ਗਰਾਸ ਸਿਮਰਨ ਕਰਦਾ ਹੋਏਗਾ। ਜਿਉਂ ਹੀ ਮਨ ਬੱਚਾ ਸਵਾਸ ਤੇ ਗਰਾਸ ਸਿਮਰਨ ਕਰ ਰਿਹਾ, ਸਮਝ ਲਓ ਅਸੀਂ ਉਹਨਾਂ ਸਵਾਸਾਂ ਨੂੰ ਮਾਲਕ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਰਹੇ ਹਾਂ। ਗੁਰਮੁਖੋ, ਆਪਾਂ ਉਹਨਾਂ ਸਵਾਸਾਂ ਨੂੰ ਮਾਲਕ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਰਹੇ ਹਾਂ। ਜਦੋਂ ਸਾਡੇ ਮਨ ਦੇ ਵਿੱਚ ਕੋਈ ਵੈਰ ਵਿਰੋਧ ਈਰਖਾ ਨਫ਼ਰਤ ਵਾਲਾ ਫੁਰਨਾ ਵਿਚਾਰ ਨਹੀਂ ਆਉਂਦਾ, ਸਿਰਫ ਤੋਂ ਸਿਰਫ ਸਾਡੇ ਅੰਦਰ ਤੜਫ ਪਿਆਰ ਭਾਵਨਾ ਹੋਵੇ ਮਾਲਕ ਨੂੰ ਮਿਲਣ ਦੀ, ਮਾਲਕ ਦੇ ਨਾਲ ਮਿਲਾਪ ਦੀ, ਉਸ ਵੇਲੇ ਸਮਝੋ ਸਾਡਾ ਮਨ ਲਿਵ ਦੇ ਮਾਰਗ ਤੇ ਚੱਲਿਆ ਹੋਇਆ।
ਜੇ ਕਿਤੇ ਲਿਵ ਦੇ ਮਾਰਗ 'ਤੇ ਚੱਲ ਪਿਆ, 10-20 ਮਿੰਟ ਚੱਲੇ ਨੂੰ ਹੋ ਗਏ, ਅਸੀਂ ਨਿਸ਼ੇਸ਼ਕ ਨਹੀਂ ਹੋਣਾ, ਅਸੀਂ ਅਨਧੜਕ ਨਹੀਂ ਹੋਣਾ ਕਿ ਬਸ ਠੀਕ ਹੈ, ਮੇਰਾ ਮਨ ਹੁਣ ਲਿਵ ਦੇ ਮਾਰਗ 'ਤੇ ਚੱਲ ਪਿਆ, ਹੁਣ ਮੈਨੂੰ ਕੋਈ ਖਤਰਾ ਨਹੀਂ। ਇਹ ਗੁਰਮੁਖ ਪਿਆਰਿਓ, ਮਨ ਬੜਾ ਤੇਜ਼ ਹੈ, ਮਨ ਬੜਾ ਚੰਚਲ ਹੈ। ਪਾਤਸ਼ਾਹ ਨੇ ਗੁਰਬਾਣੀ 'ਚ ਕਹਿ ਦਿੱਤਾ, ਇਹ ਮਨ ਚੰਚਲ ਬਸ ਨਾ ਆਵੈ, ਇੱਥੋਂ ਛੁਟਕਿਆ ਠੌਰ ਨਾ ਪਾਵੈ। ਪਾਤਸ਼ਾਹ ਕਹਿੰਦੇ ਇਹ ਮਨ ਚੰਚਲ ਹੈ, ਇਹ ਮਨ ਬਹੁਤ ਤੇਜ਼ ਹੈ, ਇਹ ਮਨ ਨਹੀਂ ਸਮਝਦਾ ਕਹਾਣੀ ਨੂੰ ਗੁਰਮੁਖੋ। ਇਹ ਮਨ ਬਹੁਤ ਤੇਜ਼ ਹੈ। ਪਾਤਸ਼ਾਹ ਨੇ ਕਹਿਤਾ ਇਹ ਮਨ ਚੰਚਲ ਵਸ ਨਾ ਆਵੈ, ਕਹਿੰਦੇ ਵਸ ਨਹੀਂ ਆਉਂਦਾ, ਇਹ ਮਨ ਚੰਚਲ ਹੈ। ਇੱਥੋਂ ਛੁਟਕਿਆ ਠੌਰ ਨਾ ਪਾਵੇ, ਕਹਿੰਦੇ ਇੱਥੋਂ ਜੇ ਇੱਕ ਵਾਰ ਤਿਲਕ ਗਿਆ, ਇੱਥੋਂ ਇੱਕ ਵਾਰ ਸੁਆਸ ਖਤਮ ਹੋ ਗਏ, ਫਿਰ ਪਾਤਸ਼ਾਹ ਕਹਿੰਦੇ ਕਿਤੇ ਥਾਂ ਨਹੀਂ ਮਿਲਣੀ ਇਸ ਨੂੰ। ਇੱਥੋਂ ਛੁਟਕਿਆ ਠੌਰ ਨਾ ਪਾਵੇ, ਠੌਰ ਮੀਨਜ਼ ਥਾਂ ਨਹੀਂ ਮਿਲਣੀ ਕਹਿੰਦੇ ਕਿਤੇ। ਕਿਉਂ? ਕਿਉਂਕਿ ਗੁਰਮੁਖ ਪਿਆਰਿਓ, ਇਹ ਮਨ ਜਾਣਦਾ ਇਸ ਕਹਾਣੀ ਨੂੰ ਸਾਰੀ ਨੂੰ। ਇਹ ਨਹੀਂ ਹੈ ਕਿ ਇਹ ਮਨ ਜਾਣਦਾ ਨਹੀਂ। ਪਿਤਾ ਨੇ ਕਿਤੇ ਵੀ ਭੁਲੇਖਾ ਨਹੀਂ ਰੱਖਿਆ, ਪਿਤਾ ਨੇ ਕਿਤੇ ਵੀ ਲਿਹਾਜ਼ ਨਹੀਂ ਕੀਤੀ ਸਾਡੇ ਨਾਲ। ਪਾਤਸ਼ਾਹ ਨੇ ਸੱਚ ਕਹਿ ਦਿੱਤਾ, ਮਨ ਜਾਣਤ ਸਭ ਬਾਤ, ਕਹਿੰਦੇ ਇਹ ਸਾਰੀਆਂ ਗੱਲਾਂ ਨੂੰ ਜਾਣਦਾ ਹੈ, ਜਾਣ ਬੁੱਝ ਕੇ ਔਗਣ ਕਰਦਾ ਗੁਰਮੁਖ ਪਿਆਰਿਓ, ਜਾਣ ਬੁੱਝ ਕੇ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਹਿੰਦੇ ਜਾਣ ਕੇ ਔਗਣ ਕਰਦਾ। ਪਾਤਸ਼ਾਹ ਕਹਿੰਦੇ ਅੱਗੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ, ਕਹਿੰਦੇ ਇਹ ਕਿੱਥੋਂ ਦੀ ਸਿਆਣਪ ਹੈ ਤੇਰੀ? ਤੈਨੂੰ ਤੇਰੇ ਪਿਤਾ ਨੇ ਅਕਲ ਦੇ ਦਿੱਤੀ, ਜੋਤ ਦੇ ਦਿੱਤੀ, ਲੈ ਪੁੱਤ ਇਸ ਅਕਲ ਦੇ ਨਾਲ ਜੋਤ ਨੂੰ ਜਗਾ ਲੈ। ਜੋਤ ਨੂੰ ਜਗਾ ਕੇ ਤੂੰ ਲਿਵ ਦੇ ਮਾਰਗ 'ਤੇ ਚੱਲਦਾ ਚੱਲ, ਚੱਲਦਾ ਚੱਲ, ਚੱਲਦਾ ਚੱਲ, ਇੱਕ ਦਿਨ ਤੇਰੀ ਮੰਜ਼ਿਲ ਆ ਜਾਣੀ ਹੈ। ਪਰ ਇਹ ਮਨ ਬੱਚਾ ਕੀ ਕਰਦਾ? ਜਾਣ ਬੁੱਝ ਕੇ ਗੁਰਮੁਖ ਪਿਆਰਿਓ ਔਗਣ ਕਰਦਾ। ਪਾਤਸ਼ਾਹ ਕਹਿੰਦੇ ਇਹ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਭਰੈ। ਕੁਸਲਾਤ ਕਹਿੰਦੇ ਆ ਗੁਰਮੁਖ ਪਿਆਰਿਓ ਸਿਆਣਪ ਨੂੰ। ਪਾਤਸ਼ਾਹ ਕਹਿੰਦੇ ਇਹ ਕਿੱਥੋਂ ਦੀ ਸਿਆਣਪ ਹੈ? ਹੱਥ ਦੇ ਵਿੱਚ ਤੇਰੇ ਦੀਵਾ ਹੋਵੇ ਤੇ ਤੂੰ ਜਾਣ ਬੁੱਝ ਕੇ ਖੂਹ ਦੇ ਵਿੱਚ ਡਿੱਗ ਜਾਏ, ਇਹ ਕਹਿੰਦੇ ਕੋਈ ਸਿਆਣਪ ਨਹੀਂ ਹੈਗੀ। ਇਸ ਕਰਕੇ ਗੁਰਮੁਖ ਪਿਆਰਿਓ ਬੜੇ ਚਕੰਨੇ, ਬੜੇ ਹੁਸ਼ਿਆਰ ਹੋਣ ਦੀ ਲੋੜ ਹੈ, ਤਾਂ ਕਿ ਆਪਾਂ ਲਿਵ ਦੇ ਮਾਰਗ 'ਤੇ ਚੱਲੇ ਸੀ। ਇਹ ਚੋਰ ਭੁਲੇਖਾ ਦੇ ਕੇ ਸਾਨੂੰ ਧਾਤ ਦੇ ਮਾਰਗ 'ਤੇ ਤੋਰ ਲੈਂਦੇ ਆ। ਕਿੱਦਾਂ ਤੋਰਿਆ? ਸਾਡੇ ਮਨ ਦੇ ਵਿੱਚ ਫੁਰਨਾ ਦੇਤਾ, ਚੰਗੇ ਭਲੇ ਸਿਮਰਨ ਕਰਦੇ ਆਂਦੇ, ਸਾਡੇ ਮਨ ਦੇ ਵਿੱਚ ਫੁਰਨਾ ਦੇਤਾ ਕਿ ਮੇਰੇ ਗੁਆਂਢੀਆਂ ਨੇ ਅੱਜ ਸਵੇਰੇ ਮੇਰਾ ਬੱਚਾ ਲੰਘਦਾ ਜਾਂਦਾ ਸੀ, ਉਸ ਦੇ ਵੱਲ ਅੱਖਾਂ ਕੱਢੀਆਂ ਸੀ, ਉਸ ਨੂੰ ਜਾਂਦੇ ਜਾਂਦੇ ਮੰਦਾ ਬੋਲੇ ਸੀ, ਜਾਂ ਮੇਰੇ ਫਲਾਣੇ ਨੇ ਪੈਸੇ ਦੇਣੇ ਸੀ, ਨਾਲੇ ਤੇ ਉਹ ਪੈਸੇ ਦੱਬ ਗਿਆ, ਨਾਲੇ ਉਲਟਾ ਬੋਲਦੇ ਆ ਸਾਨੂੰ। ਬਸ ਉਸ ਨੇ ਵਿਚਾਰ ਬਦਲ ਦਿੱਤਾ। ਜਦੋਂ ਇੱਕ ਵਾਰੀ ਵਿਚਾਰ ਬਦਲ ਗਿਆ, ਫਿਰ ਚੱਲ ਪਿਆ ਮਨ ਉਧਰੇ, ਚੱਲਦਾ ਚੱਲਦਾ ਬੜੀ ਦੂਰ ਨਿਕਲ ਜਾਂਦਾ। ਜਿਹੜੇ ਸਵਾਸ ਆਪਾਂ ਨੇ ਮੋਹਰ ਲਾ ਲਾ ਕੇ, ਆਵਾਜ਼ ਬੰਦ ਹੋ ਗਈ, ਜਿਹੜੇ ਸਵਾਸਾਂ ਦੇ ਆਪਾਂ ਨੇ ਮੋਹਰ ਲਾ ਲਾ ਕੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣੇ ਸੀ, ਉਹ ਸਵਾਸ ਗੁਰਮੁਖ ਪਿਆਰਿਓ ਇਹਨਾਂ ਚੋਰਾਂ ਨੇ ਲੁੱਟਣੇ ਸ਼ੁਰੂ ਕਰ ਦਿੱਤੇ।
पता नहीं कदों की सानू बहाना जा बना के इन्हां ने। आवाज बंद हो गई है। वाहिगुरू जी, वाहिगुरू जी हुण ते आउणी चाहीदी है, हुण आ नहीं रही। वाहिगुरू वाहिगुरू वाहिगुरू। वाहिगुरू जी नैटवर्क दी। वाहिगुरू जी आवाज नहीं आ रही। हाँ गुरमुखो नैटवर्क की प्रॉब्लम आ रही है थोड़ी जी। किथे थोड़े मैल एक मिनट गुरमुखो दूजा मोबाइल देखदा ला के। वाहिगुरू 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 वाह